ਕਿ ਫੁੱਲ ਕਿਤੇ ਕਿਤੇ ਕੰਢੇ ਨੇ, ਸਭ ਤਕਦੀਰ ਦੇ ਵੰਡੇ ਨੇ। ਵਾਹ ਵਾਹ ਵਾਹ, ਠੀਕ। ਤੇ ਮੈਂ ਝੰਡੇ ਦਾ ਚਿੱਟਾ ਰੁੱਖ, ਲੰਮੇ ਲੰਮੇ ਡੰਡੇ ਨੇ। अस्सलाम वालेकुम नाज़रीन, चाचा पसीजा शो ਦੇ ਇੱਕ ਨਵੇਂ ਐਪੀਸੋਡ ਦੇ ਨਾਲ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੈਂ ਇਮਰਾਨ ਤੇ ਮੇਰੇ ਨਾਲ अस्सलाम वालेकुम बे बच्चों, की हाल चाल है? सारे ठीक ठाक हो, राजी बाजी हो? ਬਿਲਕੁਲ जी। ਸਹੀ ਠੀਕ ਠਾਕ। जनाब की चल रहा है? ਚਾਚਾ ਜੀ ਬਸ ਅੱਜ ਮੂਡ ਜ਼ਰਾ ਆਫ ਹੈ। अच्छा ਤੇ ਔਨ ਕਰ ਦਿੰਨੇ ਆ। ਹਾਂ ਔਨ ਕਰਨਾ ਪਏਗਾ। ਔਨ ਕਰਨਾ ਪਏਗਾ ਜੀ। ਮੈਂ ਤਾਂ ਕਹਿੰਦਾ ਕਿ ਹਕੂਮਤ ਦਾ ਹੀ ਮੂਡ ਔਨ ਕਰਨਾ ਲੱਗਾ। ਆ ਹਕੂਮਤ ਵਿਚਾਰੀ ਹੁਣ ਕੀ ਸਮਝ ਨਹੀਂ, ਹਕੂਮਤ ਚਾਚਾ ਜੀ ਦੋਗਲੀ ਜੀ ਦੇਖੋ ਹੋਈ ਨਾ, ਹੈ। ਲਾਕਡਾਊਨ ਖੋਲਦਾ ਹੈ ਹਾਂਜੀ। ਤੇ ਇਹ 2-3 ਦਿਨ ਦੇ ਦੇਖੋ, ਤੁਸੀਂ ਟੀਵੀ ਚੈਨਲਾਂ ਦੇਖ ਲਓ, ਕਿਤੇ ਵੀ ਦੇਖ ਲਓ, ਇੰਨਾ ਰਸ਼ ਹੈ, ਸੜਕਾਂ ਤੇ ਰਸ਼ ਹੈ, ਬਾਜ਼ਾਰਾਂ 'ਚ ਰਸ਼ ਹੈ। ਲੋਕਾਂ ਨੂੰ ਪਤਾ ਹੀ ਨਹੀਂ ਕਿ ਕਰੋਨਾ ਹੈਗਾ, ਕਰੋਨਾ ਤੋਂ ਬਚਣਾ ਹੈ। ਉਹ ਕਈ ਲੋਕੀ, ਮੈਂ ਆਪ ਸੁਣਿਆ, ਉਹ ਕਹਿੰਦਾ ਸਾਰਾ ਫਰਾਡ ਡਰਾਮਾ ਹੈ। ਅੱਛਾ ਹੈ ਅੱਛਾ। ਲੇਕਿਨ ਇੱਕ ਗੱਲ ਹੈ ਕਿ ਹਕੂਮਤ ਨੂੰ ਵੀ ਥੋੜਾ ਜਿਹਾ ਇਹਦੇ ਤੇ ਥੋੜਾ ਸਖਤੀ ਨਾਲ ਕੰਮ ਕਰਨਾ। ਜਾਂ ਲਾਕਡਾਊਨ ਲਾ ਦਿਓ ਤੇ ਜਾਂ ਖੋਲ ਦਿਓ। ਮਤਲਬ ਇੱਕ ਪਾਸੇ ਨਾ ਕਦੀ ਖੋਲ ਦਈਏ ਕਦੀ ਰਹਿ ਦਈਏ, ਇਹ ਫਿਰ ਨਾ ਇਹ ਤੇ ਦੋ ਕਸ਼ਤੀਆਂ ਦੇ ਸਵਾਰਾਂ ਵਾਲੀ ਗੱਲ ਹੋ ਗਈ। ਬਿਲਕੁਲ। ਇਹਨਾਂ ਨੇ ਜਿਹੜੀ ਲਾਕਡਾਊਨ 'ਚ ਨਰਮੀ ਕੀਤੀ ਹੈ, ਹਾਂਜੀ, ਤੁਹਾਡਾ ਨਹੀਂ ਖਿਆਲ ਕਿ ਆਵਾਮ ਦੀ ਵੀ ਜ਼ਿੰਮੇਵਾਰੀ ਸੀ ਕਿ ਯਾਰ ਮਾਸਕ ਪਾ ਕੇ ਜਾਓ ਤੇ ਤੁਸੀਂ ਪ੍ਰੋਪਰ ਸੈਨੀਟਾਈਜ਼ ਕਰੋ, ਫਾਸਲਾ ਰੱਖੋ। ਦੁਕਾਨਦਾਰ ਵੀ ਕਹਿੰਦੇ ਯਾਰ ਇਹ 10-10 ਬੰਦੇ ਅੰਦਰ ਆਣ, ਫਿਰ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ? ਯਾਰ ਸਾਡੀ ਕੌਮ ਨੂੰ ਪਤਾ ਨਹੀਂ ਕਾਹਦੀ ਕਾਹਲੀ ਪਈ ਹੈ, ਹਰ ਬੰਦੇ 'ਚ ਸਬਰ ਹੈ ਹੀ ਨਹੀਂ। ਅਸੀਂ ਆਪਣਾ ਕੰਮ ਕਰ ਲਈਏ, ਦੂਜਾ ਭਾਵੇਂ ਮਰ ਜਾਏ, ਦੂਜਾ ਪਹਾੜ 'ਚ ਜਾਵੇ, ਜਿੱਥੇ ਮਰਜ਼ੀ ਦੌਜ਼ਖ 'ਚ ਜਾਵੇ। ਯਾਰ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਦੀ ਵਜ੍ਹਾ ਤੋਂ ਪੂਰੇ ਮੁਆਸ਼ਰੇ 'ਚ ਕੰਮ ਖਰਾਬ ਹੋ ਰਿਹਾ। ਤੁਸੀਂ ਯਾਰ ਆਪਣੇ ਆਪ ਨੂੰ ਸੇਫ ਕਰੋ। ਤੁਹਾਡੀ ਵਜ੍ਹਾ ਤੋਂ ਸਾਰੇ, ਤੁਹਾਡੀ ਫੈਮਿਲੀ, ਤੁਹਾਡੇ ਦੋਸਤ ਯਾਰ, ਆਲੇ ਦੁਆਲੇ, ਸਾਰਾ ਉਹ ਤੁਹਾਡੀ ਜ਼ਿੰਮੇਵਾਰੀ ਹੈ। ਤੇ ਇਮਰਾਨ ਖਾਨ ਨੂੰ ਵੀ ਚਾਹੀਦਾ ਹੈ ਕਿ ਕੋਈ ਇੱਕ ਫਰਮ ਸਟੈਂਡ ਲਏ। ਬਿਲਕੁਲ। ਇੱਕ ਡੰਡਾ ਦੇਣਾ ਤੇ ਫੁੱਲ ਡੰਡਾ ਦੇ ਦੇਗਾ। ਇਹ ਕੌਮ ਹੈ, ਇਹ ਕੌਮ ਹੈ ਵੈਸੇ ਡੰਡੇ ਵਾਲੀ, ਡੰਡੇ ਵਾਲੀ ਮਾਨਣਾ। ਔਰ ਡੰਡੇ ਦੇ ਨਾਲ ਬਿਲਕੁਲ ਸਿੱਧੇ ਰਹਿੰਦੇ ਨੇ। ਇਹਨਾਂ ਨੂੰ ਢਿੱਲ ਦੇ ਦਿਓ ਨਾ, ਬਦਤਮੀਜ਼। ਤੁਹਾਡਾ ਇੱਕ ਸ਼ੇਰ ਵੀ ਦੇਗਾ ਨਾ ਡੰਡੇ ਤੇ। ਹਾਂਜੀ ਹਾਂਜੀ ਹਾਂਜੀ। ਉਹ ਸੁਣਾ ਦਿਓ ਅੱਜ ਮੈਨੂੰ। ਉਹ ਕਿ ਫੁੱਲ ਕਿਤੇ ਕਿਤੇ ਕੰਢੇ ਨੇ, ਸਭ ਤਕਦੀਰ ਦੇ ਵੰਡੇ ਨੇ। ਵਾਹ ਵਾਹ ਵਾਹ, ਠੀਕ। ਤੇ ਮੈਂ ਝੰਡੇ ਦਾ ਚਿੱਟਾ ਰੁੱਖ, ਲੰਮੇ ਲੰਮੇ ਡੰਡੇ ਨੇ। ਤੇ ਇਹ ਲੰਮੇ ਲੰਮੇ ਡੰਡੇ ਇਹਨਾਂ ਨੂੰ ਦਿਆਂਗੇ ਨਾ, ਇਹਨਾਂ ਨੇ ਫਿਰ ਠੀਕ ਰਹਿਣਾ। ਅੱਛਾ, ਉਂਝ ਨਹੀਂ ਠੀਕ ਹੋ ਹੀ ਨਹੀਂ ਸਕਦਾ। ਅੱਜ ਮੈਂ ਕੋਈ ਬਦਤਮੀਜ਼ ਬੱਚੇ ਨੂੰ ਢਿੱਲ ਦੇ ਦਈਏ ਨਾ, ਉਹਨੂੰ ਐ ਨਹੀਂ ਹੁੰਦਾ ਵੀ ਮੈਨੂੰ ਇਹਨਾਂ ਢਿੱਲ ਦਿੱਤੀ, ਉਹ ਹੋਰ ਹੀ ਜਨਾਬ ਤਾਂ ਚੜੀ ਜਾਂਦਾ। ਇੱਕ ਤੇ ਇਹ ਥੋੜਾ ਮੂਡ ਆਫ ਸੀ, ਜਿਹੜਾ ਚੰਗਾ ਕਰਤਾ। ਦੂਜਾ ਹੈਗਾ ਜੀ, ਜੈਸੇ ਜੀ ਇੱਕ ਡਰਾਮਾ ਅੱਜਕੱਲ ਬਹੁਤ ਹਿੱਟ ਜਾ ਰਿਹਾ ਹੈ, ਉਹ ਸਾਡੇ ਦੋਸਤ ਨੇ ਜਵਾਦ ਸਾਹਿਬ, ਉਹ 50 ਕਿਸ਼ਤਾਂ ਵੇਚ ਚੁੱਕੇ ਨੇ ਉਹਦੀਆਂ। ਜਵਾਦ? ਹਾਂ ਜਵਾਦ। ਹਾਂ, ਉਹ ਗੱਡੀ ਜਿਹੜਾ ਬੜੀ ਭਾੜੀ ਚਲਾਉਂਦਾ। ਓ ਹੋ। ਅੱਛਾ ਚਾਚਾ ਜੀ, ਉਹ ਡਰਾਮੇ 'ਚ ਐਡੇ ਅੱਛੇ ਕਿਰਦਾਰ ਨੇ, ਇਸਲਾਮੀ ਕਲਚਰ ਦਿਖਾਇਆ ਗਿਆ, ਤੁਸੀਂ ਵੀ ਦੇਖੇ ਦੇ ਐਪੀਸੋਡ। ਹਲੀਮਾ। ਮੈਂ ਤੇ ਉਹ ਡਰਾਮਾ ਹੈ। ਆਹੋ, ਉਹ ਡਰਾਮੇ ਨੂੰ ਡਰਾਮਾ ਸਮਝ ਕੇ ਦੇਖੋ। ਉਹਦੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਫਨਕਾਰ ਨੇ। ਹਾਂ ਬਿਲਕੁਲ। ਤੇ ਉਹਨਾਂ ਦੀ ਜ਼ਾਤੀ ਜ਼ਿੰਦਗੀ ਤੁਹਾਨੂੰ ਹਮਲਾ ਕਰਨ ਦੀ ਕੀ ਜ਼ਰੂਰਤ ਹੈ? ਇਹ 2 ਦਿਨ ਤੋਂ ਚਾਚਾ ਜੀ ਸੋਸ਼ਲ ਮੀਡੀਆ ਤੇ ਇੰਨੀ ਪਈ ਹੈ। ਉਹ ਜੀ ਉਹਨੇ 2 ਕੁੱਤੇ ਫੜੇ ਨਰਤਗਲ ਨੇ ਆਪਣੇ, ਤੇ ਉਹ ਜੀ ਹੈ ਕੁੱਤੇ ਵਾਲਾ ਮੁਸਲਮਾਨ ਕਿਵੇਂ ਹੋ ਸਕਦਾ ਦੱਸੋ? ਅੱਛਾ, ਔਰ ਇੰਨੇ ਸਾਡੇ ਅੰਦਰ ਦੇ ਜਿਹੜੇ ਕੁੱਤੇ ਨੇ ਉਹ ਅਸੀਂ ਨਹੀਂ ਵੇਖਦੇ, ਦੂਜਿਆਂ ਦੇ ਸਾਹਮਣੇ ਦੇ ਕੁੱਤੇ ਜਿਹੜੇ ਨੇ ਉਹਨਾਂ ਨੂੰ ਅਸੀਂ। ਯਾਰ ਕੀ ਮਤਲਬ, ਅਸੀਂ ਕਦੋਂ ਕੌਮ ਬਣਾਂਗੇ? ਸਾਡਾ ਜ਼ਿਹਨ ਕਦੋਂ ਠੀਕ ਹੋਏਗਾ? ਅਸੀਂ ਨਾ ਇੱਕ ਫੱਫੇ ਕੁੱਟਣ ਕੌਮ ਆ। ਅੱਛਾ, ਐਸੇ ਲਈ ਵੇਖ ਲੈ, ਸਾਡੇ ਮੁਲਕ 'ਚ ਨਾ ਕੋਈ ਫਿਲਮ ਹਿੱਟ ਹੁੰਦੀ, ਨਾ ਡਰਾਮੇ ਹਿੱਟ ਹੁੰਦੇ ਨੇ। ਸਾਡੇ ਫਿਲਮ 'ਚ ਟਾਕ ਸ਼ੋ ਜਿਹੜਾ ਇੱਧਰ ਉਹਨੂੰ, ਮੈਂ ਤਾਂ ਕਹਿੰਦਾ ਵਾ ਇਹ ਸਾਡੇ ਮੁਲਕ 'ਚ ਨਾ ਹਾਕੀ ਦਾ ਗੇਮ ਜਿਹੜਾ ਉਹਨੂੰ ਖਤਮ ਕਰਕੇ ਨਾ, ਤੇ ਕੌਮੀ ਖੇਲ ਹੋ ਜਾਣਾ ਚਾਹੀਦਾ। ਇੱਕ ਦੂਜੇ ਨੂੰ ਉਂਗਲ ਕਰੋ। ਹਾਂਜੀ, ਇਹ ਕੌਮੀ ਖੇਲ ਹੋਵੇ। ਉਹ ਉਹਦੇ ਖਿਲਾਫ ਕਰਦਾ, ਫਿਰ ਉਹ ਉਹਨੂੰ ਕਹਿੰਦਾ ਵੀ ਤੁਹਾਨੂੰ। ਅੱਜ ਇੱਕ ਟਾਕ ਸ਼ੋ ਦੇਖ ਲਓ। ਹਾਂ, ਉਹ ਤੁਸੀਂ ਐਂਕਰ ਹੈ ਕਾਮਰਨ ਸ਼ਾਇਦ ਆਮਦ ਮੀਰ ਆ, ਉਹਦਾ ਤੁਸੀਂ ਸਟਾਈਲ ਚੈੱਕ ਕਰੋ। ਹਾਂ, ਉਹਨੇ ਇੱਕ ਲੱਗਦੀ ਬੁਝਦੀ ਪੀਪਲਜ਼ ਪਾਰਟੀ ਦੀ ਕਰਨੀ ਹੈ, ਉਹਦਾ ਜਵਾਬ ਲਈ ਲਾਏਗਾ ਜਾਣ ਕੇ ਗੱਲ ਪੀਟੀਏ ਉਧਰੋਂ ਪਿਟੇ, ਫਿਰ ਆਪਸ 'ਚ ਲੜਾ ਕੇ ਤੇ ਜਨਾਬ ਆਪ ਸਾਹਮਣੇ ਬੈਠੇ ਹੁੰਦੇ ਨੇ, ਜਿਵੇਂ ਬਾਂਦਰ ਤਮਾਸ਼ਾ ਸ਼ੁਰੂ ਕਰਕੇ ਬਦਾਰੀ ਤੇ ਆਪ ਬੈਠਾ ਹੁੰਦਾ ਸਾਈਡ ਤੇ। ਠੀਕ ਹੈ ਨਾ? ਤੇ ਇਸੇ ਤਰ੍ਹਾਂ ਹੀ ਡਰਾਮਾ ਅਰਥ ਜਿਹੜਾ ਹੈ, ਉਹਦੇ 'ਚ ਜਿਹੜੇ ਆਰਟਿਸਟ ਨੇ ਉਹਨਾਂ ਦੀ ਆਪਣੀ ਇੱਕ ਜ਼ਾਤੀ ਜ਼ਿੰਦਗੀ ਹੈ। ਉਹਦੇ ਵਿੱਚ ਜੋ ਮਰਜ਼ੀ ਕਰਨ, ਤੁਸੀਂ ਡਰਾਮੇ ਨੂੰ ਡਰਾਮੇ ਦੇ ਤੌਰ ਤੇ ਲਵੋ। ਇਹ ਡਰਾਮਾ ਮੈਨੂੰ ਪਸੰਦ ਆ ਰਿਹਾ। ਓਏ ਹੋਏ ਹੋਏ ਹੋਏ, ਡਰਾਮਾ ਇੱਕ ਤੇ ਉਹਦੇ 'ਚ ਇਸਲਾਮੀ ਚੀਜ਼ਾਂ ਦੱਸੀਆਂ ਗਈਆਂ। ਮੈਂ ਤਾਂ ਕਹਿੰਦਾ ਬੱਚਿਆਂ ਨੂੰ ਪਹਿਲਾ ਸੀਜ਼ਨ ਜਿਹੜਾ ਬਹੁਤ ਅੱਛਾ ਹੈ, ਬਹੁਤ ਅੱਛਾ, ਉਹ ਦੇਖਣਾ ਚਾਹੀਦਾ। ਉਹਦੇ ਵਿੱਚ ਇਸਲਾਮੀ ਰਿਵਾਇਤ ਕੀ ਨੇ। ਤੇ ਬਾਕੀ ਹਲੀਮਾ ਦੀ ਗੱਲ ਮਾਨਣਾ, ਮੈਂ ਤੇ
ਤੇ ਉਹ ਤੇਰੀ ਚਾਚੀ ਨੂੰ ਸ਼ੱਕ ਪੈ ਗਿਆ। ਕਿਉਂ? ਉਹ ਮੈਂ ਕਿਹਾ ਵੀ ਕਿੱਧਰ ਕਹਿ ਬੈਠਾ, ਮੈਂ ਹਲੀਮਾ ਕਿੱਡੀ ਸੋਹਣੀ ਹੈ। ਅੱਛਾ। ਉਹ ਕਹਿੰਦੀ ਤੂੰ ਤੇਰੀ ਜਿਹੜੀ ਹਲੀਮ ਤਬੀਅਤ ਹੋਈ ਹੈ ਨਾ ਅੱਜ ਕੱਲ੍ਹ ਹੈ, ਉਹ ਮੈਨੂੰ 3 ਦਿਨ ਮੈਂ ਇੱਕ ਦਿਨ ਕਹਿ ਬੈਠਾ ਅੱਜ ਹਲੀਮ ਨਾ ਪਕਾ ਲਈਏ। ਕਹਿੰਦੀ ਨਹੀਂ, ਉਹਨੇ ਜਾਣ ਕੇ ਬਤਾਉਂ ਪਕਾਏ ਉਸ ਦਿਨ। ਅੱਛਾ। ਕਹਿੰਦੀ ਮੈਨੂੰ ਪਤਾ। ਬਿਸਕੁਟ ਦੇ ਦਿੱਤੀ। ਹਾਂ ਨਹੀਂ ਬਿਸਕੁਟ ਤਾਂ ਮੈਂ 3400 ਦੀ ਲਈ ਹੈ। ਅੱਛਾ। ਤੇ ਉਹ ਡਰਾਮੇ ਨੂੰ ਸਾਨੂੰ ਡਰਾਮੇ ਵਾਂਗੂ ਲੈਣਾ ਚਾਹੀਦਾ ਹੈ। ਤਾਂ ਇਹ ਯਾਰ ਐਂਟਰਟੇਨਮੈਂਟ ਕਰੋ, ਛੱਡੋ ਯਾਰ ਕਿਹੜੀਆਂ ਚੱਕਰਾਂ 'ਚ ਪੈ ਗਏ ਹੋ ਇੱਕ ਦੂਜੇ ਨੂੰ। ਦੇਖੋ ਹੁਣ ਸਾਡੇ ਡਰਾਮੇ ਨੇ ਇਹਦਾ ਮਤਲਬ ਅਰਤਗਲ ਹਿੱਟ ਹੋਇਆ ਹੈ। ਜ਼ਰਾ ਕੰਮ ਦੀ ਗੱਲ ਹੀ ਆਮ ਨਾ ਕਰ ਲਈਏ ਕਿ ਦੇਖੋ ਅਰਤਗਲ ਹਿੱਟ ਹੋਣ ਦੀ ਵਜ੍ਹਾ ਕੀ ਹੈ ਕਿ ਲੱਖਾਂ ਕੀ ਕਰੋੜਾਂ ਲੋਕ ਨੂੰ ਦੇਖਣਾ ਸ਼ੁਰੂ ਹੋ ਗਏ ਨੇ। ਇਹਦਾ ਵਜ੍ਹਾ ਹੈ ਕਿ ਜਿਹੜੇ ਸਾਡੇ ਡਰਾਮੇ ਆਲਰੇਡੀ ਸਾਡੇ ਚੈਨਲਾਂ ਤੇ ਚੱਲ ਰਹੇ ਨੇ, ਹਮ ਤੇ ARY ਤੇ ਜੀਓ ਤੇ, ਲੋਕ ਵੀ ਉਹਨਾਂ ਤੋਂ ਤੰਗ ਆ ਗਏ ਨੇ ਕਿਉਂਕਿ ਇੱਕੋ ਤਰ੍ਹਾਂ ਦੇ ਫੈਮਿਲੀ ਪੋਲਿਟਿਕਸ। ਉਹ ਜਿਹੜੀ ਸੱਸ ਹੈ ਉਹ ਨੌਂ ਦੇ ਮਗਰ ਪਈ, ਨੌਂ ਜਿਹੜੀ ਉਹ ਨਨਾਣ ਦੇ ਮਗਰ ਪਈ ਹੈ। ਉਹਨਾਂ ਨੇ ਤਾਂ ਸਾਡੇ ਫੈਮਿਲੀ ਸਿਸਟਮ ਨੂੰ ਪੂਰੀ ਦੁਨੀਆ 'ਚ ਗੰਦਾ ਕਰਤਾ। ਦੌਰ ਹੁੰਦਾ ਡਰਾਮਿਆਂ ਦਾ, ਸਾਰੇ ਮੁਲਕ ਦਾ ਕਲਚਰ ਦਿਖਾਉਂਦੇ ਸੀ। ਪੰਜਾਬ ਦੇ ਪਿੰਡ ਵੀ ਦਿਖਾਉਂਦੇ ਸੀ, ਸਿੰਧ ਦੇ ਗੋਠ ਵੀ ਦਿਖਾਉਂਦੇ ਸੀ। ਬਿਲਕੁਲ ਸ਼ਹਿਰ ਦੀ, ਕਰਾਚੀ ਦੀ ਲਾਈਫ, ਲਾਹੌਰ ਦੀ ਲਾਈਫ, ਬਲੋਚਿਸਤਾਨ ਦੇ ਪਹਾੜੀ ਸਿਲਸਿਲੇ, ਇਸਲਾਮਾਬਾਦ ਦੇ। ਇਹ ਜਿਹੇ ਡਰਾਮੇ ਨਹੀਂ ਬਣ ਸਕਦੇ ਕਿ ਅਸੀਂ ਪੂਰਾ ਸਾਰਾ ਕਲਚਰ, ਹੁਣ ਸਾਨੂੰ ਇਹ ਲੱਗਦਾ ਕਿ ਅਸੀਂ ਇੱਕ ਨਾ ਕੋਕੋਨ 'ਚ ਬੰਦ ਹੋ ਗਏ ਆ। ਉਹ ਡਰਾਇੰਗ ਰੂਮ, ਕਮਰਾ, ਬੀਵੀ, ਬੰਦਾ, ਸੱਸ, ਬਹੂ, ਇਹ ਬਸ ਡਰਾਮੇ। ਔਰ ਫਿਰ ਉਹਨਾਂ ਦੀ ਸਿਰਫ ਖਿੱਚ ਫਿਰ ਡਰਾਮਾ ਵੇਖ ਕੇ ਪਹਿਲਾਂ ਲੋਕ ਉਹਦੇ 'ਚੋਂ ਸਬਕ ਸਿੱਖਦੇ ਸਨ, ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ। ਜ਼ਿੰਦਗੀ ਦੇ ਸਬਕ ਅਮੋਲ ਸਟੋਰੀਆਂ ਹੁੰਦੀਆਂ ਸਨ। ਹੁਣ ਡਿਪਰੈਸ਼ਨ ਹਰ ਬੰਦਾ ਲੈ ਰਿਹਾ। ਉਹ ਮੈਂ ਯਕੀਨ ਕਰ, ਇੱਕ ਦਿਨ ਉਹ ਮੇਰੇ ਭਤੀਜੇ ਦੀ ਬੇਟੀ ਹੈ ਤੇ ਉਹ ਕਹਿੰਦੀ ਹੈ अपने प्यो ਨੂੰ भी बाबा मैंने शादी नहीं करनी। अच्छा, क्योंकि ये तो लड़कियों पे बड़ा जुल्म होता है। छोटी जी बच्ची देखो की सोच रही है, की मैसेज दे रहे हैं। हाँ, ਇਹ ਕਿੱਥੇ ਗਏ ਉਹ ਰਾਈਟਰ ਸੀਨਾ ਮੋਇਨ ਦੇ, ਕਿਤੇ ਫਾਤਮਾ ਸੁਰਈਆ ਬਜੀਆ, ਅਮਜਦ ਇਸਲਾਮ ਜਦ ਹੈ, ਕਿੱਥੇ ਗਏ? ਬਸ ਉਹ ਵੀ ਵਿਚਾਰੇ ਡਿਪਰੈਸ ਹੋ ਕੇ ਘਰਾਂ 'ਚ ਬਹਿ ਗਏ ਨੇ ਕਿ ਉਹ ਪੁਰਾਣੀਆਂ ਸਟੋਰੀਆਂ ਨੂੰ ਲੋਕੀ ਵੇਖਦੇ ਨਹੀਂ। ਚਾਚਾ ਜੀ 2 ਦਿਨ ਪਹਿਲੇ ਮੰਟੋ ਸਾਹਿਬ ਦੀ ਬਰਸੀ ਵੀ ਗੁਜ਼ਰੀ ਹੈ। ਹਾਂ ਮੰਟੋ, ਸਾਦਤ ਹਸਨ ਬੰਟੋ, ਬੜਾ ਵੱਡਾ ਲਿਖਾਰੀ ਯਾਰ, ਕੀ ਬਾਤ ਹੈ। ਲੇਕਿਨ ਜੇ ਬੜਾ ਚੁੱਪ ਕੀਤੇ ਜੇ ਗੁਜ਼ਰ ਗਈ ਹੈ। ਕੋਈ ਬਹੁਤ ਵੱਡਾ ਕੋਈ ਈਵੈਂਟ ਨਹੀਂ ਹੋਇਆ, ਕਿਤੇ ਕਰੋਨਾ ਦੀ ਵਜ੍ਹਾ ਤੋਂ। ਦੂਜਾ ਅਸੀਂ ਉਂਝ ਆਰਟਿਸਟ ਨੂੰ ਵੈਸੇ ਮਾਰ ਛੱਡਨੇ ਆ, ਤੇ ਇੰਡੀਆ 'ਚ ਹੁੰਦਾ, ਕਿਸੇ ਹੋਰ ਮੁਲਕ 'ਚ ਹੁੰਦਾ ਤੇ ਉਹ ਉਹਨਾਂ ਹੀ ਆਰਟਿਸਟ ਨੂੰ ਉਠਾਉਂਦੇ ਨੇ। ਮਸਲਨ ਮੰਟੋ ਸਾਹਿਬ ਦੀ ਬਰਸੀ ਸੀ ਤੇ ਮੈਂ ਐਕਸਪੈਕਟ ਕਰ ਰਿਹਾ ਸੀ ਕਿ ਚਲੋ ਹੋਰ ਕਿਸੇ ਨੇ, ਸਰਮਦ ਖੁਸਰੋ ਨੇ ਫਿਲਮ ਬਣਾਈ ਸੀ ਮੰਟੋ ਤੇ, ਉਹਨੂੰ ਕੱਟ ਵੱਟ ਕੇ ਚਲੋ ਉਹ ਹੀ ਵਿਖਾ ਦਿੰਦੇ, ਜਾਂ ਇੱਕ ਛੋਟੀ ਜਿਹੀ ਤਕਰੀਬ ਰੱਖ ਲੈਂਦੇ ਕਿਸੇ ਚੈਨਲ ਤੇ, ਮੰਟੋ ਦੇ ਅਫਸਾਨਿਆਂ ਦੇ ਬਾਰੇ 'ਚ ਡਿਸਕਸ਼ਨ ਹੁੰਦੀ, ਉਹਦੀ ਜ਼ਾਤ ਦੇ ਬਾਰੇ 'ਚ ਗੱਲ, ਜ਼ੂਮ ਦੇ ਥਰੂ ਕਰ ਲੈਂਦੇ, ਕਿਸੇ ਤਰ੍ਹਾਂ ਲਿਖਾਰੀਆਂ ਨੂੰ ਬਿਠਾ ਲੈਂਦੇ। ਲੇਕਿਨ ਉਹ ਬਸ ਅਸੀਂ ਜਿਹੜੇ ਆ ਨਾ ਬਸ ਭੁੱਲ ਜਾਂਦੇ ਆ, ਅਸੀਂ ਆਪਣੇ ਪਿਆਰਿਆਂ ਨੂੰ ਭੁੱਲ ਜਾਂਦੇ ਆ, ਅਸੀਂ ਨਵੇਂ ਮਸਲੇ ਲੈ ਕੇ ਉਹਨਾਂ 'ਚ ਉਲਝ ਜਾਂਦੇ ਆ। ਤੇ ਜੀ ਇੱਕ ਹੋਰ ਮੈਨੂੰ ਬੜਾ ਦੁੱਖ ਹੋਇਆ, ਇੱਕ ਚੈਨਲ ਤੇ ਆ ਰਿਹਾ ਸੀ ਕਿ ਜੀ ਮੰਟੋ ਸਾਹਿਬ ਦਾ ਜਿਹੜਾ ਘਰ ਸੀ, ਬਾਈ ਘਰ, ਲੋਕ ਦੂਸਰੀ ਦੁਨੀਆ ਦੇ ਮੁਲਕਾਂ 'ਚ ਅਦੀਬ ਹੋਏ, ਕੋਈ ਸ਼ਾਇਰ ਹੋਏ ਤੇ ਉਹਦਾ ਜਿਹੜਾ ਘਰ ਉਹਨੂੰ ਵਿਰਸੇ ਦੀ ਸੀਅਤ ਆ। ਹਾਂ, ਵਿਰਸਾ ਬਣਾ ਦਿੰਦੇ ਨੇ, ਯਾਦਗਾਰ ਬਣਾ ਦਿੰਦੇ ਨੇ, ਮਿਊਜ਼ੀਅਮ ਬਣਾ ਛੱਡਦੇ ਨੇ, ਲੋਕੀ ਜਾਂਦੇ ਨੇ, ਦੇਖਦੇ ਨੇ। ਹਾਂਜੀ। ਤੇ ਉਹਨਾਂ ਦਾ ਘਰ ਉਹਨਾਂ ਦੀ ਫੈਮਿਲੀ ਨੇ ਵੇਚਤਾ ਕਿਸੇ ਬਿਜ਼ਨਸਮੈਨ ਨੂੰ, ਉਹ ਉਹਨੂੰ ਖਤਮ ਕਰਕੇ ਤੇ ਉੱਤੇ ਪਲਾਜ਼ਾ ਬਣਾ ਲਾਂਗੇ। ਆ ਜਿਸ ਤਰ੍ਹਾਂ ਪਾਰਟੀ ਹਾਊਸ ਤੇ ਟਾਇਰਾਂ ਲਿਆ ਕੇ ਬਹਿ ਗਏ, ਤੇ ਇਹ ਤੇ ਸਾਡੇ, ਅਸੀਂ ਆਪਣੀ ਯਾਦਗਾਰਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੀਆਂ ਜਗ੍ਹਾ ਨਾਲ ਵੀ ਪਿਆਰ ਹੁੰਦੇ ਆ, ਦਰਖਤਾਂ ਨਾਲ ਪਿਆਰ ਕਰਦੇ ਲੋਕੀ। ਪੁਰਾਣੇ ਦਰਖਤ ਕਿ ਵੀ ਇੱਥੇ ਸਾਡੇ ਮਾਂ ਪਿਓ ਬਹਿੰਦੇ ਰਹਿਣੇ ਦੀ ਛਾਵੇਂ। ਅੱਛਾ ਜੀ, ਕਾਫੀ ਡਿਪਰੈਸਿੰਗ ਰਿਹਾ ਤਾਂ ਜੋ ਜਾਂਦੇ ਕੋਈ ਆਪਣੀ ਮਜ਼ਾਹੀਆ ਤੁਹਾਡੀ ਇੱਕ ਹੈਗੀ ਹੈ, ਸ਼ਾਇਦ ਸ਼ੇਰ ਹੈਗੇ ਤੁਹਾਡੇ, ਸੁਣਾ ਦੇ ਜ਼ਰਾ। ਬਿਲਕੁਲ ਕਿ ਘਰ ਬੈਠੇ ਤੇਰੀ ਜਾਨ ਨੂੰ ਰੋਨੇ ਆ, ਘਰ ਬੈਠੇ ਤੇਰੀ ਜਾਨ ਨੂੰ ਰੋਨੇ ਆ, ਅੱਲਾ ਤੈਨੂੰ ਚੁੱਕੇ ਕਿਤੇ ਮਰੇ ਤੂੰ ਕਰੋਨੇ ਆ। ਹੈ ਜੀ। ਤੇ ਐਸਾ ਤੂੰ ਜ਼ਮਾਨੇ ਦੇ ਨਿਜ਼ਾਮ ਨੂੰ ਵਿਗਾੜਿਆ, 2 ਮਹੀਨੇ ਹੋਏ ਸਾਨੂੰ ਘਰਾਂ 'ਚ ਤੂੰ ਤਾੜਿਆ, ਪੁਲਿਸਾਂ ਤੋਂ ਕੁੱਟ ਪੈਂਦੀ ਬਾਹਰ ਜੇ ਖਲੋਨੇ ਆ, ਓਏ ਅੱਲਾ ਤੈਨੂੰ ਚੁੱਕੇ ਕਿਤੇ ਮਰੇ ਤੂੰ ਕਰੋਨੇ ਆ। ਤੇ ਕਰੋਨੇ ਦੇ ਬਾਰੇ ਤੇ ਮੈਂ ਆਪਣਾ ਸਾੜ ਕੱਢਿਆ ਜ਼ਰਾ। ਚਲ ਬਹੁਤ ਅੱਛਾ, ਬਹੁਤ ਅੱਛਾ। ਤੇ ਲਓ ਜੀ, ਅੱਜ ਦੇ ਪ੍ਰੋਗਰਾਮ ਨੂੰ ਇੱਥੇ ਮੁਕਾਉਂਦੇ ਆ। ਹਾਂ, ਤੇ ਚਾਚਾ ਜੀ ਇਨਸ਼ਾਅੱਲਾ 1-2 ਦਿਨ ਬਾਅਦ ਫਿਰ ਦੁਬਾਰਾ ਤੁਹਾਨੂੰ ਤੰਗ ਕਰਾਂਗੇ, ਫਿਰ ਇਮਾਮ ਨਾਲ ਮੁਲਾਕਾਤ ਕਰਾਂਗੇ। ਨਹੀਂ, ਜਿੰਨਾ ਮਰਜ਼ੀ ਤੰਗ ਕਰੋ, ਮੈਂ ਕਿਹੜਾ ਕੋਈ ਮਹੱਲੇ ਦੀ ਕੁੜੀ ਆ, ਮੈਨੂੰ ਤੰਗ ਨਹੀਂ ਕੀਤਾ ਜਾ ਸਕਦਾ। ਚਾਚਾ ਜੀ ਦੇਖੋ, ਅੱਜ ਇੰਨਾ ਕੁਝ ਜੀ। ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਉਸ ਵਕਤ ਤੱਕ ਇਜਾਜ਼ਤ ਦੇ ਦਿਓ। ਅੱਲਾ ਹਾਫਿਜ਼। ਅੱਲਾ ਹਾਫਿਜ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਆਖਣੀ ਹੈ ਵੀ ਯਾਰ, ਸਾਡੇ ਮੀਡੀਆ ਬਾਈਟਸ ਟੀਵੀ ਨੂੰ ਸਬਸਕ੍ਰਾਈਬ ਕਰੋ, ਔਰ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਨੂੰ ਸ਼ੇਅਰ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ। ਸ਼ੇਅਰ ਕਰੋ, ਲਾਈਕ ਕਰੋ। ਅਸੀਂ ਤੁਹਾਡੇ ਵਾਸਤੇ ਜਿੰਨੇ ਤੁਹਾਡੇ ਅੱਛੇ ਵਿਊਜ਼ ਆਉਣਗੇ, ਅਸੀਂ ਤੁਹਾਡੇ ਵਾਸਤੇ ਹੋਰ ਅੱਛੀਆਂ ਗੱਲਾਂ ਕਰਾਂਗੇ। ਉਹ ਇੱਕ ਕੁੜੀ ਨਾ ਇੱਕ ਮੁੰਡੇ ਨੂੰ ਕਹਿੰਦੀ, ਮੈਂ ਤੈਨੂੰ ਲਾਈਕ ਕਰਨੀ ਆ, ਕਹਿੰਦਾ ਇਹਨੂੰ ਸ਼ੇਅਰ ਵੀ ਕਰਿਆ ਕਰ।
ਠੀਕ ਹੈ ਅੱਜ ਕੱਲ ਤੇ ਸ਼ੇਅਰ ਲਾਈਕ ਦਾ ਮਾਹੌਲ ਹੈ ਤੇ ਤੁਸੀਂ ਵੀ ਸਾਨੂੰ ਸਬਸਕ੍ਰਾਈਬ ਕਰਨਾ ਔਰ ਟੱਲੀ ਵੀ ਵਜਾਉਣੀ ਹੈ।